हेलो। हाँ जी, गुड मॉर्निंग स्टूडेंट्स। आई होप ऑल यू आर फाइन एट योर होम। ਅੱਜ ਥੋੜੇ ਸਾਨੂੰ 10 ਮਿੰਟ ਇਹਦੇ ਤੇ ਲੱਗ ਸਕਦੇ ਨੇ ਕਿਉਂਕਿ ਨਿਊ ਸ਼ਡਿਊਲ ਦੇ ਅਕੋਰਡਿੰਗ ਸਟੂਡੈਂਟ ਐਡ ਕਰ ਰਹੇ ਆ। ਦੇਖੋ ਮੈਂ ਮੈਸੇਜ ਵੀ ਪਾਤਾ ਬਟ ਫਿਰ ਵੀ ਬੱਚੇ ਪਤਾ ਨਹੀਂ ਕਿਉਂ ਨਹੀਂ ਸੁਣਦੇ ਹੈਗੇ। ਹਜੇ ਵੀ ਬਹੁਤ ਸਾਰੇ ਬੱਚੇ ਇਹੋ ਜਿਹੇ ਜਿਹੜੇ ਵਿਦਆਊਟ ਰੋਲ ਨੰਬਰ ਐਡ ਹੋ ਰਹੇ ਨੇ ਤੇ ਮੈਂ ਉਹਨਾਂ ਨੂੰ ਨਹੀਂ ਐਡ ਕਰਾਂਗਾ। ਠੀਕ ਹੈ ਜੀ। ਜਾਂ ਕੁਝ 90 ਤੋਂ ਪਲੱਸ ਵਾਲੇ ਬੱਚੇ ਸਟੂਡੈਂਟ ਐਡ ਹੋਣ ਦੀ ਕੋਸ਼ਿਸ਼ ਕਰ ਰਹੇ ਨੇ। ਸੋ ਮੇਰੀ ਰਿਕੁਐਸਟ ਹੈ ਅਗਰ ਤੁਸੀਂ ਇਹਨਾਂ ਨੂੰ ਜਾਣਦੇ ਹੋ ਤਾਂ ਪਲੀਜ਼ ਇਹਨਾਂ ਤੱਕ ਮੈਸੇਜ ਤੁਸੀਂ ਕਨਵੇ ਕਰੋ ਕਿ ਇਹ ਜਿਹੜੀ क्लास की जी टाइमिंग है ये सिर्फ 1 रोल नंबर टू 90 रोल नंबर तक। गुड मॉर्निंग। हाँ जी, अ वेरी गुड मॉर्निंग टू ऑल ऑफ यू। ठीक ठाक हो बच्चे सारे? फटाफट मैसेज करके मैनू दस दो कि तुहाडे तक सारे को आवाज मेरी प्रॉपर पहुंचती है, स्क्रीन विजिबल है, सो दैट अज का असीं लैक्चर स्टार्ट कर सकें विदाउट वेस्टिंग एनी टाइम। ओ वेरी गुड, वेरी गुड, वेरी गुड। बस ठीक है बच्चे, थैंक यू थैंक यू थैंक यू। तुहानूं कोई प्रॉब्लम नहीं आउण देवांगे। ठीक है, हुण देखो बस देखो असीं देखो मैसेज कन्वे कर रहे हैं ना, असीं बार बार ਅੱਜ ਦਾ ਜਿਹੜਾ ਇਹ ਲੈਕਚਰ ਹੈ ਜਿਹੜਾ ਅਸੀਂ ਸਟਾਰਟ ਕਰਨ ਜਾ ਰਹੇ ਹਾਂ। ਬਾਈ ਦਾ ਵੇ ਕਈ ਸਟੂਡੈਂਟ ਜੁਆਇਨ ਨਹੀਂ ਕਰ ਪਾਉਂਦੇ, ਕਿਸੇ ਦੀ ਕੋਈ ਨੈਟਵਰਕ ਪ੍ਰੋਬਲਮ ਹੁੰਦੀ ਹੈ, ਇਸੇ ਲਈ ਮੈਂ ਤੁਹਾਨੂੰ ਕਿਹਾ ਵੀ ਲੈਕਚਰ ਮੈਂ ਨਾਲ ਰਿਕਾਰਡ ਕਰਦਾ। ਇਹ ਰਿਕਾਰਡਿੰਗ ਤੁਹਾਨੂੰ ਅੱਜ ਤੋਂ ਕੀ ਮਿਲਣੀ ਸਟਾਰਟ ਹੋ ਜੂਗੀ ਜਿਵੇਂ ਹੀ ਆਪਣਾ ਲੈਕਚਰ ਖਤਮ ਹੋਇਆ ਕਰੂਗਾ। ਠੀਕ ਹੈ, ਇਸ ਅੱਜ ਦੇ ਦਿਨ ਦੇ ਵਿੱਚ ਹੀ ਮੈਂ ਇਹਨੂੰ YouTube ਤੇ ਅਪਲੋਡ ਕਰ ਦਿਆ ਕਰੇਗਾ। ਠੀਕ ਹੈ, ਜਦੋਂ YouTube ਤੇ ਇਹ ਅਪਲੋਡ ਹੋ ਜੂਗੀ ਤਾਂ ਤੁਸੀਂ ਉੱਥੋਂ ਮੈਂ ਤੁਹਾਨੂੰ ਦਾ ਲਿੰਕ ਸ਼ੇਅਰ ਕਰ ਦੂੰਗਾ ਤਾਂ ਤੁਸੀਂ ਇਹਨੂੰ ਉੱਥੇ ਦੇਖ ਸਕਦੇ। ਠੀਕ ਹੈ ਜੀ, ਤੇ फटाफट एक अटेंडेंस आप ले लीए कितने स्टूडेंट हम तक दे प्रेजेंट ने। फोर्टी स्टूडेंट प्रेजेंट ने टोटल। अच्छा,
हिताक्षी हाँ जी लास्ट टाइम जब मैं ਤੁਹਾਨੂੰ ਦੱਸਿਆ ਸੀਗਾ ਕਿ ਫਸਟ ਆਪਣੇ ਲੈਕਚਰਸ ਹੋਣਗੇ ਉਹ ਬੇਸਿਕ ਲੈਕਚਰਸ ਹੋਣਗੇ ਜਿਹਦੇ ਵਿੱਚ ਅਸੀਂ ਬੇਸਿਕ ਮੈਥਮੈਟਿਕਸ ਨੂੰ ਸਟੱਡੀ ਕਰਾਂਗੇ ਉਸ ਤੋਂ ਬਾਅਦ ਅਸੀਂ ਕੁਝ ਬੇਸਿਕ ਹੋਰ ਕਨਸੈਪਟਸ ਕਰਾਂਗੇ ਠੀਕ ਹੈ ਜੀ ਫਿਰ ਅਸੀਂ ਫਾਈਨਲੀ ਸਿਲੇਬਸ ਤੇ ਪਹੁੰਚਾਂਗੇ ਕਿਉਂਕਿ ਇਸ 10 ਦਾ ਸਿਲੇਬਸ ਕੁਝ ਇੰਨਾ ਜ਼ਿਆਦਾ ਵਾਸਟ ਨਹੀਂ ਹੈਗਾ ਕਿ ਸਾਨੂੰ ਬਹੁਤ ਜ਼ਿਆਦਾ ਇਹਦੇ ਲਈ ਵਰਿਡ ਹੋਣ ਦੀ ਲੋੜ ਹੈ ਕਿ ਸਿਲੇਬਸ ਕਦੋਂ ਖਤਮ ਹੋਗਾ ਬਹੁਤ ਛੋਟਾ ਜਿਹਾ ਸਿਲੇਬਸ ਹੈ ਤੇ ਬਹੁਤ ਅੱਛੇ ਤਰੀਕੇ ਨਾਲ ਅਸੀਂ ਇਹਨੂੰ ਕਰਾਂਗੇ ਤਾਂ ਲਾਸਟ ਟਾਈਮ ਕੁਝ ਮੈਂ ਟਰਮਸ ਤੁਹਾਨੂੰ ਲਿਖੀਆਂ ਸੀਗੀਆਂ ਲਾਈਕ ਮਿਲੀਮੀਟਰ ਮਾਈਕਰੋਮੀਟਰ ਆਈ ਹੋਪ ਕਿ ਤੁਸੀਂ ਸਭ ਨੇ ਉਹ ਕੀ ਹੈ ਰੀਡ ਆਊਟ ਕਰ ਲਿਆ ਹੋਣਗੀਆਂ ਠੀਕ ਹੈ ਤੁਸੀਂ ਵੈਲਿਊਜ਼ ਉਹਨਾਂ ਦੇ ਧਿਆਨ ਰੱਖੋਗੇ ਅੱਜ ਮੈਂ ਤੁਹਾਨੂੰ ਦੱਸਣ ਜਾ ਰਿਹਾ ਸਿਸਟਮ ਨੂੰ ਕਨਵਰਟ ਕਰਨ ਦੇ ਲਈ एक सेकंड बच्चे एक जो बच्चे लेट ऐड होंगे ना ये बहुत डिस्टर्बेंस क्रिएट कर रहे हैं पहला उन्होंने कही ना भी अपना रोल नंबर ऐड कर लो बाकी दी क्लास भी इतना डिस्टर्बेंस हो रही चलो हाँ जी कन्वर्जन की अज असीं गल करांगे कन्वर्जन देखो ये कन्वर्जनस फिजिक्स ਦੇ ਵਿੱਚ ਕਾਫੀ ਇੰਪੋਰਟੈਂਟ ਹੈ ਫਿजिक्स ਦੇ ਵਿੱਚ ਕੀ ਆਪਣੇ ਡੇਲੀ ਲਾਈਫ ਦੇ ਵਿੱਚ ਕਾਫੀ ਇੰਪੋਰਟੈਂਟ ਨੇ ਜਿਵੇਂ ਤੁਹਾਨੂੰ ਸਭ ਨੂੰ ਪਤਾ ਹੈ ਕਿ 1 kg ਹੈ ਜੋ ਉਹ 1000 ਗ੍ਰਾਮ ਦੇ ਇਕੁਅਲ ਹੁੰਦਾ ਹੈ ਸਭ ਨੂੰ ਪਤਾ ਹੈ ਠੀਕ ਹੈ ਹੁਣ ਦੇਖੋ ਜਿਹੜਾ kg ਹੈ kg ਕੀ ਹੈ this is a SI unit of mass and we all know gram is a CGS unit of mass. That means if we want to convert kg into mass kg into gram ਤਾਂ ਆਪਾਂ ਨੂੰ ਪਤਾ ਹੈ 1 ਕਿਲੋਗ੍ਰਾਮ ਦੇ ਵਿੱਚ ਕੀ ਹੈ 1000 ਗ੍ਰਾਮ ਹੁੰਦੇ ਨੇ as it is ਅਸੀਂ ਲਿਖਦੇ ਹਾਂ 1 ਮੀਟਰ is equal to 100 centimeter ਹੁਣ सेंटीमीटर की है सेंटीमीटर इज अ CGS यूनिट ऑफ लेंथ मीटर की है मीटर इज अ SI यूनिट ऑफ लेंथ ठीक है जी बेसिक है ਹੁਣ अगर मैं ਤੁਹਾਨੂੰ कहा कन्वर्ट 100 मीटर ਜਾਂ into माइक्रोमीटर 100 मीटर ਨੂੰ ਅਸੀਂ ਮਾਈਕਰੋਮੀਟਰ ਦੇ ਵਿੱਚ ਕਨਵਰਟ ਕਰਨਾ ਚਾਹ ਰਹੇ ਹਾਂ ਵੀ 100 ਮੀਟਰ ਨੂੰ ਅਸੀਂ ਮਾਈਕਰੋਮੀਟਰ ਦੇ ਵਿੱਚ ਕਿੰਨੇ ਦੇ ਬਰਾਬਰ ਲਿਖਾਂਗੇ ਠੀਕ ਹੈ ਤਾਂ ਇਹਦਾ ਤਰੀਕਾ ਬੱਚੇ ਕੀ ਹੈ ਦੇਖੋ ਜਿਵੇਂ 100 ਹੈ ਅਸੀਂ ਮਾਈਕਰੋ ਚ ਕਨਵਰਟ ਕਰਨਾ ਹੈ ਤਾਂ ਮਾਈਕਰੋ ਆਪਾਂ ਨੂੰ ਪਤਾ ਹੈ 1 ਮਾਈਕਰੋ ਇਜ਼ ਇਕੁਅਲ ਟੂ 10 ਦੀ ਪਾਵਰ -6 as we know ਤਾਂ ਤੁਸੀਂ ਕੀ ਕਰਨਾ ਹੈ ਜਿਹੜੇ ਵੀ ਟਰਮ ਤੁਹਾਨੂੰ ਦਿੱਤੀ ਹੋਈ 100 ਮੀਟਰ ਇਸ ਟਰਮ ਨੂੰ ਤੁਸੀਂ 10 ਦੀ ਪਾਵਰ -6 ਨਾਲ ਮਲਟੀਪਲਾਈ ਕਰਨਾ ਹੈ 10 ਦੀ ਪਾਵਰ -6 ਨਾਲ ਡਿਵਾਈਡ ਕਰੋ ਨਾਲ ਕੀ ਹੈ ਮੀਟਰ ਸੀਗਾ ਮੀਟਰ ਅਸੀਂ ਐਜ਼ ਇਟ ਇਜ਼ ਲਿਖਣਾ ਦੇਖੋ what is this is nothing but micrometer ਆ ਗਿਆ ਨਾ ਤਾਂ ਇਹਦਾ ਮਤਲਬ ਹੈ ਕਿ ਬਣ ਗਿਆ 100 into 10 ਦੀ ਪਾਵਰ ਉੱਪਰ ਜਾਊਗੀ -6 ਕੀ ਬਣ ਜੂ 6 ਮਾਈਕਰੋਮੀਟਰ that means 100 meter ਨੂੰ ਅਸੀਂ 100 into 10 ਦੀ ਪਾਵਰ 6 ਮਾਈਕਰੋਮੀਟਰ ਲਿਖ ਸਕਦੇ ਹਾਂ ਮੇਰੇ ਕਹਿਣ ਦਾ ਮਤਲਬ ਇਹ ਹੈ ਦੇਖੋ ਕਨਵਰਜਨ ਤੁਸੀਂ ਆਪਣੇ ਅਕੋਰਡਿੰਗ ਵੀ ਕੀਤੀਆਂ ਹੋਈਆਂ ਨੇ ਬਟ ਇੱਕ ਤੁਹਾਨੂੰ ਮੈਂ ਤਰੀਕਾ ਦੱਸਣਾ ਹੈ ਅਗਰ ਤੁਸੀਂ ਕੋਈ ਵੀ ਕਨਵਰਜਨ ਕਰਨੀ ਹੈ ਕਿਸੇ ਵਨ ਸਿਸਟਮ ਤੋਂ ਅਨਦਰ ਜਿਹੜੇ ਸਿਸਟਮ ਤੁਸੀਂ ਜਾਣਾ ਹੈ ਉਸ ਟਰਮ ਦੇ ਨਾਲ ਹੀ ਮਲਟੀਪਲਾਈ ਕਰ ਦਿਓ ਉਸ ਟਰਮ ਨਾਲ ਹੀ ਡਿਵਾਈਡ ਕਰ
ਤਾਂ ਬੜਾ ਈਜ਼ੀਲੀ ਤੁਸੀਂ ਕੀ ਸਿਸਟਮ ਨੂੰ ਕਨਵਰਟ ਕਰ ਸਕਦੇ। ਜਿਵੇਂ ਮੈਂ ਤੁਹਾਨੂੰ ਕਹਾ 100 ਮੀਟਰ ਨੂੰ ਅਸੀਂ ਮਿਲੀਮੀਟਰ ਦੇ ਵਿੱਚ ਲਿਖਣਾ ਚਾਹੁੰਦੇ ਹਾਂ, ਠੀਕ ਹੈ ਜੀ। ਤਾਂ ਦੇਖੋ 100 मीटर है, अच्छा मिली मतलब कितना होता है 10 ਦੀ ਪਾਵਰ -3 ਨਾਲ ਮਲਟੀਪਲਾਈ ਕਰੋ, 10 ਦੀ ਪਾਵਰ -3 ਨਾਲ ਕੀ ਕਰ ਦੋ, ਡਿਵਾਈਡ ਕਰ ਦੋ। ਆ ਜਿਹੜਾ ਮੀਟਰ ਹੈ ਇਹਨੂੰ ਐਜ਼ ਇਟ ਇਜ਼ ਲਿਖ ਲਓ। व्हाट इज दिस इज कॉल्ड मिलीमीटर। ਤੇ ਬਣ ਗਿਆ ਬੱਚੇ 100 into 10 ਦੀ ਪਾਵਰ जो -3 बॉटम है डिनोमिनेटर चाहे जो ऊपर जाओगी ये की होगी प्लस, तेन लिख लो मिलीमीटर। ਇਹਦਾ मतलब 100 मीटर is equal to 10 ਦੀ ਪਾਵਰ 5 ਮਿਲੀਮੀਟਰ। ਕੀ ਤੁਹਾਨੂੰ ਇਹ ਗੱਲ ਸਮਝ ਲੱਗ ਰਹੀ ਹੈ? ਜੇ ਸਮਝ ਲੱਗ ਰਹੀ ਹੈ ਤਾਂ ਮੈਨੂੰ ਯੈਸ ਦਾ ਮੈਸੇਜ ਜ਼ਰੂਰ ਕਰੋ। ਵੈਰੀ ਗੁੱਡ, ਬਹੁਤ ਅੱਛੇ। ਮੈਂ ਤੁਹਾਡਾ ਇਨਬਾਕਸ ਸਾਈਡ ਤੇ ਓਪਨ ਕਰਕੇ ਰੱਖਿਆ ਹੋਇਆ ਹੈ, ਠੀਕ ਹੈ। ਤੁਸੀਂ ਮੈਨੂੰ ਨਾਲ ਦੀ ਨਾਲ ਮੈਸੇਜ ਕਰ ਸਕਦੇ ਹੋ, ਮੈਂ ਨਾਲ ਦੀ ਨਾਲ ਇਹ ਤੁਹਾਡਾ ਮੈਸੇਜ ਦੇਖ ਰਿਹਾ। ਵੈਰੀ ਗੁੱਡ, ਬਹੁਤ ਅੱਛੇ। ਚਲੋ फटाफट ਹੁਣ ਤੁਸੀਂ ਮੈਨੂੰ ਇੱਕ ਕਨਵਰਟ ਕਰਕੇ ਦਿਖਾਓ 100 सेंटीमीटर इनटू मिली सेंटीमीटर। ਜੇ ਅਸੀਂ ਕੁਝ ਇਦਾਂ ਦੀ ਕਨਵਰਜਨ ਫॉर एग्जांपल ਸਾਨੂੰ ਕਰਨੀ ਪੈਗੀ ਤਾਂ ਕੀ ਆਨਸਰ ਲਿਖਾਂਗੇ? 100 सेंटीमीटर इनटू ਆਪਾਂ ਲਿਖਣਾ ਹੈ ਮਿਲੀ सेंटीमीटर। वेरी गुड, अपनी कॉपी पेन ना रखा करो, फटाफट इन दसो मैनू की तुहाडा आंसर आ रहा। ओके हेमंत जैन का आंसर आ रहा जी 1000 मिली सेंटीमीटर। ओके सब तो पहला आंसर हेमंत जैन का आया जी, रोल नंबर 68। ओके अजय मैं दस रहा भी आंसर सही है या गलत है। अर्शदीप रोल नंबर 20 का आंसर आ रहा जी 1000 मिलीमीटर। ओके ਇਹਨੇ ਮਿਲੀਮੀਟਰ ਦੇ ਵਿੱਚ ਆਨਸਰ ਬੱਚੇ ਆਨਸਰ ਮੈਂ ਸੈਂਟੀਮੀਟਰ ਚ ਹੀ ਪੁੱਛਿਆ, ਥੋੜਾ ਜਿਹਾ ਗੌਰ ਕਰੋ ਇਸ ਗੱਲ ਤੇ। ਚਲੋ ਮੈਂ ਸੋਲਵ ਕਰਦਾ ਫਿਰ ਆਪਾਂ ਦੇਖਦੇ ਹਾਂ। 100 ਇਨਟੂ ਦੇਖੋ ਮਿਲੀ ਚ ਕਨਵਰਟ ਕਰਨਾ ਹੈ 10 ਦੀ ਪਾਵਰ -3 ਨਾਲ ਮਲਟੀਪਲਾਈ ਕਰੋ, 10 ਦੀ ਪਾਵਰ -3 ਨਾਲ ਡਿਵਾਈਡ ਕਰੋ। ਇੱਥੇ ਆਪਣੇ ਕੋਲ ਸੈਂਟੀਮੀਟਰ ਹੈ, ਸੈਂਟੀਮੀਟਰ ਐਜ਼ ਇਟ ਇਜ਼ ਲਿਖ ਦਿਓ, ਠੀਕ ਹੈ ਜੀ। ਇਹ ਆਪਣੇ ਕੋਲ ਕੀ ਬਣ ਗਿਆ? ਇਹ ਬਣ ਗਿਆ ਆਪਣੇ ਕੋਲ ਮਿਲੀ ਸੈਂਟੀਮੀਟਰ। ਤੇ ਆਪਣੇ ਕੋਲ ਆ ਗਿਆ 100 ਇਨਟੂ 10 ਦੀ ਪਾਵਰ 3 मिली सेंटीमीटर। दैट मीन्स ये बन गया 10 दी पावर 5 मिली सेंटीमीटर। हाँ जी बिल्कुल जपनीत, हाँ जी जपनीत रोल नंबर 77 तो आंसर बिल्कुल ठीक है जी, वेरी गुड, ठीक है। चलो आप एक एग्जांपल होर लेने नाल आप फोटो भी क्लिक कर लेने, ठीक है, सो दैट अपन जो तुहानू लोड पवे तुसीं मेरे तो लै सकते। बच्चे जिहड़े तुसी लेट ज्वाइन हो, मेरी रिक्वेस्ट है तुसी टाइम ते ज्वाइन हो। देखो तुहानू सही 5 मिनट पहला लिंक मैं सेंड कर देना, कई बार 10 मिनट पहला भी मैं तुहानू डेली 9 बजे तो 10 मिनट पहला लिंक सेंड कर दिया करूंगा। पर मेरी रिक्वेस्ट है कि तुसी 9 बजे तक क्लास नू ज्वाइन करो अकॉर्डिंग टू योर रोल नंबर्स। चलो जे आप नेक्स्ट गल करिए, मैं तुहानू कहा 10 ਦੀ ਪਾਵਰ 3 ਮਾਈਕਰੋਮੀਟਰ ਨੂੰ ਅਸੀਂ ਕਨਵਰਟ ਕਰਕੇ ਲਿਖਣਾ ਚਾਹੁੰਦੇ ਹਾਂ ਨੈਨੋਮੀਟਰ ਦੇ ਵਿੱਚ। ਹਾਂਜੀ ਕੋਈ ਸਟੂਡੈਂਟ ਮੈਨੂੰ ਇਹ ਕਰਕੇ ਦਿਖਾ ਸਕਦਾ ਹੈ ਜਿਸ ਤਰੀਕੇ ਦਾ ਤੁਹਾਨੂੰ ਮੈਥਡ ਮੈਂ ਦੱਸਿਆ 10 ਦੀ ਪਾਵਰ 3 ਮਾਈਕਰੋਮੀਟਰ ਨੂੰ ਅਸੀਂ ਨੈਨੋਮੀਟਰ ਦੇ ਵਿੱਚ ਲਿਖਣਾ ਚਾਹੁੰਦੇ ਹਾਂ। ਐਨੀਵਨ? ਤੁਹਾਡੇ ਆਨਸਰ ਤੇ ਮੇਰੀ ਨਿਗਾਹ ਨਾਲ ਦੀ ਨਾਲ ਤੁਸੀਂ ਆਨਸਰ ਮੈਨੂੰ ਭੇਜ ਸਕਦੇ ਹੋ। ओके एक आंसर आ रहा है जी 10 ਦੀ ਪਾਵਰ 6 ਜਪਨੀਤ ਦਾ ਆंसर आ रहा है 77। ओके ਮੈਨੂੰ ਨਹੀਂ ਪਤਾ ਹੈ ਸਹੀ ਹੈ ਜਾਂ ਗਲਤ ਹੈ, ਮੈਂ ਨਹੀਂ ਦੱਸਾਂਗਾ। ਇੱਕ ਦੋ ਸਟੂਡੈਂਟ ਹੋਰ ਵੀ ਰਿਸਪੌਂਸ ਕਰੋ ਫਿਰ ਸੋ ਦੈਟ ਅਸੀਂ ਦੇਖੀਏ ਕਿ ਤੁਸੀਂ ਕਿੱਦਾਂ ਕੰਮ ਕਰ ਰਹੇ ਹੋ। ਦੇਖੋ ਇਹ ਗੱਲ ਦਾ ਧਿਆਨ ਰੱਖਿਓ, ਇਹ ਨਹੀਂ ਸੋਚਣਾ ਵੀ ਆਨਲਾਈਨ ਕਲਾਸ ਹੈ ਜੀ ਉਹਨਾਂ ਵੀ ਸਭ ਨੂੰ ਕਿਹੜਾ ਕੁਝ ਪਤਾ ਲੱਗ ਰਿਹਾ। ਦੇਖੋ ਬੱਚੇ ਜਿਹੜਾ ਮੈਨੂੰ ਲੱਗਦਾ ਹੈ 2020 ਦਾ ਈਅਰ ਹੈ, ਆਪਾਂ ਨੂੰ ਬਹੁਤ ਕੁਝ ਸਿਖਾ ਕੇ ਗਿਆ ਹੈ। ਇੱਕ ਟੀਚਰ ਤੇ ਸਟੂਡੈਂਟ ਨੇ ਆਪਸ ਚ ਕਿੱਦਾਂ ਇੱਕ ਫੇਥਫੁਲੀ ਤਰੀਕੇ ਨਾਲ ਸਟੱਡੀ ਕਰਨੀ ਹੈ। ओके मोस्टली सबका आंसर 10 ਦੀ ਪਾਵਰ 6 आ रहा है। ओके चलो मैं जिन्होंने नहीं पता वो मैं सॉल्व करता ना, बाकी वाले आंसर कंफर्म हो गए। देखो 10 ਦੀ ਪਾਵਰ 3 ਮਾਈਕਰੋਮੀਟਰ
नो अपन नैनोमीटर च लिखना है तो ये वास्ते की करांगे आप देखो 10 की पावर 3 माइक्रो मतलब कितना है 10 की पावर -6 ठीक है जी। कन्वर्ट कच करना है नैनो च नैनो मतलब होंगे 10 की पावर -9 तो असं इनू की करांगे जी 10 की पावर -9 मल्टीप्लाई करांगे 10 की पावर -9 की करांगे डिवाइड जो तुहाडा मीटर है मीटर तुहाडा एज इट इज आ गया ठीक है जी। आ देखो ये बन गया तुहाडा नैनोमीटर ये हो गया तुहाडा देखो जो बेस सेम होवे तो पावर की हो जाती है ऐड 3 - 6 मतलब कितना हो गया -3 इंटू 10 की पावर ऊपर जाके कितना हो गया +9 which is equal to नैनोमीटर तो तुहाडे कोल आ गया जी 10 की पावर 6 नैनोमीटर वेरी सिंपल। मैं कहना तुसी कोई मर्जी कन्वर्जन इस तरीके नाल कर सकते कोई मर्जी तुहाडे कोले कन्वर्जन होवे बस ये तुसी ध्यान होना चाहिए है भी कन्वर्ट किहदे विच करना है उहदी तुहानू स्पेसिफिक वैल्यू पता होनी चाहिए। इज इट क्लियर टू ऑल? वेरी गुड। कोई स्टूडेंट है जिन्होंने पहला इस मैथड के बारे कुछ पता सीगा कदे उन्हें ट्राई किया होवे? एनीवन? चलो कोई गल नहीं ठीक है जी। तो मेरे वालों कोशिश रहूगी जिन्ना तुहानू सिखा सकदा है ठीक है वो मैं सिखाने की कोशिश करूंगा। बस ये है भी तुहानू उहदे विच पूरी तरीके दे नाल 100% इनवॉल्व होना पऊगा फिर ही तुसी सीख सकोगे। लो जी ये तो हो गया कन्वर्जन हुण तुसी जिवें मर्जी कर सकते हो कोई दिक्कत नहीं है। उस तो बाद जो इंपॉर्टेंट टर्म्स होंदियां ने वो हैगा जिवें एक अपने बहुत मतलब फिजिक्स यूज होंदियां ने टर्म सरफेस एरिया ऑफ स्फीयर। दस सकदा जी मैनूं कोई सरफेस एरिया ऑफ स्फीयर कितना हुंदा है? मतलब जेड़ा मैं तुहानूं ये काम करवा रहा ना बेसिक ये तुहाडा +2 तक ता यूज होएगा ही होएगा उस तो हायर क्लासेस दे विच भी यूज होएगा। कोई मैनूं दस सकदा सरफेस एरिया ऑफ स्फीयर? 4 पाई आर स्क्वायर वेरी गुड जपनीत वेरी गुड 4 पाई आर स्क्वायर। भाविक रोल नंबर 25 एंड बानू 20 रोल नंबर 27 ओके वेरी गुड। हाँ जी आस्था बिल्कुल सही है वेरी गुड 4 पाई आर स्क्वायर मतलब तुहाडे कोले अगर एक स्फीयर है देखो देखने में तुहानू सर्कल लग रहा होगा बट मैं स्फीयर बोल रहे हैं जिदा रेडियस की है आर है तो सरफेस एरिया क्या होता है 4 पाई आर स्क्वायर। ओके वॉल्यूम ऑफ स्फीयर कितना होता जी वॉल्यूम ये होता जी 4/3 पाई आर क्यूब ठीक है जी। मैनू पता तुहानू लिखण दे विच थोड़ी जी दिक्कत आउंदी होगी टाइप करने दे विच हाँ बट बहुत सारे स्टूडेंट देखो मतलब टेक्नोलॉजी यूज कर रहे हैं फटाफट लिख रहे हैं। हाँ जी बिल्कुल ठीक है जी ओके। अच्छा एरिया ऑफ स्क्वायर ऑफ साइड ए तो ये सबनों पता है कि होंदा है ए स्क्वायर बेटे 4 ए हाँ ए स्क्वायर वेरी गुड हाँ ए पावर 2 वेरी गुड। जैसी गल करिए पेरीमीटर ऑफ स्क्वायर ऑफ साइड ए वेरी गुड दैट इज 4a वेरी गुड बहुत अच्छे नाल तुसी रिस्पॉन्स कर रहे हो ਇਹਦੇ ਨਾਲ ਮੈਨੂੰ भी थोड़ी जी मोटिवेशन मिलती है। एरिया हो गया जी अच्छा एरिया ऑफ रेक्टेंगल मतलब ਤੁਹਾਡਾ बहुत सारा मैथमेटिक्स फिजिक्स यूज होने वाला है वेरी गुड लेंथ इनटू ब्रेड्थ एंड पेरीमीटर ऑफ रेक्टेंगल वेरी गुड बहुत अच्छे 2l+b ठीक है जी वेरी गुड। अच्छा एरिया ऑफ चलो ये बस बहुत फिलहाल इन्ना पढ़ना बहुत है ठीक है जी। हाँ ये तुसी एक ध्यान च रखना नेक्स्ट एंगल जिन्हों असं लिखते हैं थीटा
हुण एंगल की हुंदा है, एंगल देखो ਅਸੀਂ ਮੈਜ਼ਰ ਕਰਦੇ ਹਾਂ ਹਨਾ ਵਿਦ ਦੀ ਹੈਲਪ ਆਫ ਡੀ, ਬਟ ਐਂਗਲ ਹੁੰਦਾ ਕੀ ਹੈ? ਐਂਗਲ ਬੱਚੇ ਕੀ ਹੈ? ਕਿਸੇ ਵੀ ਰੈਫਰੈਂਸ ਲਾਈਨ ਦੇ ਨਾਲ, ਦਿਸ ਇਜ਼ ਕਾਲਡ ਰੈਫਰੈਂਸ ਲਾਈਨ। ਰੈਫਰੈਂਸ ਲਾਈਨ मतलब ਜਿਹਨੂੰ ਅਸੀਂ ਬੇਸ ਬਣਾ ਕੇ ਚੱਲਦੇ ਹਾਂ, मतलब ਜਿੱਥੋਂ ਅਸੀਂ ਆਬਜ਼ਰਵੇਸ਼ਨ ਲੈਣੀ ਸਟਾਰਟ ਕਰਦੇ ਹਾਂ। ਇਸ ਰੈਫਰੈਂਸ ਲਾਈਨ ਤੋਂ अगर एंटी क्लॉकवाइज असी कोई भी लाइन इनक्लाइन करते हैं तो इन्हां दोनों के विचकार एक तुहानू एंगल दिख रहा है, दिस एंगल इज कॉल्ड थीटा एंगल। तो एंगल की है? रैफरेंस लाइन तो जदों असी किसी इनक्लाइंड लाइन नू टिल्ट करदा है, ठीक है, तो उतो ओहदे विचकार जिहड़ा एक पोर्शन साडे कोल बनदा है, दैट इज नोन एज एंगल। हुण एंगल की डेफिनेशन की है? एंगल नूं असीं किवें डिफाइन करते हैं? मान लो तुहाडे कोल एक आ सर्कल है, ठीक है जी, इस सर्कल दा जिहड़ा रेडियस है वो हैगा रेडियस आर, ठीक है जी। तुसीं इस सर्कल दे विच इस पॉइंट ए तो चलना स्टार्ट किया, ए तो चलते चलते तुसीं एंटी क्लॉकवाइज चलते हो, फॉर एग्जांपल तुसीं इस पॉइंट बी ते पहुंच गए, तो इत्थों जे मैं इहनूं मिलावां, ये भी इहदा की रेडियस आर। तो देखो जिहड़ा हा सेंटर ते इस सर्कल दे सेंटर दे विच जो बन रहा है, दैट इज नोन एज एंगल। ते जिहड़ा ये ए बी पोर्शन है तुहाडा, इहनूं तुसीं की बोलदे हो? आर्क, जिहदी सपोज लेंथ कितनी है? एल। तो एक्चुअली असी एंगल नूं डिफाइन किवें कीता? इट इज डिफाइंड एज द रेशो ऑफ arc and radius of the circle. This is the definition of angle, ठीक है। थीटा is equal to L by R. Very simple. Angle की है? It is defined as the ratio of किदी ratio? Arc upon radius of the circle, ठीक है जी। तो हुण जे इत्थों असीं गल करिए दी SI यूनिट दी, SI यूनिट, ठीक है जी। हाँ जी बिल्कुल, इहदे जिहड़े SI यूनिट ने वो हुंदे ने रेडियन, रेडियन, ठीक है। देखो तुसी एंगल मेजर करते हो डिग्री च, जनरली असी जनरल लाइफ दे विच अपने विच जिहड़ा असी यूज करते हैं, वो जिहड़ी असी एंगल मेजर करते हैं वो मेजर करते हैं इन टर्म्स ऑफ डिग्री। तो असी एक रिलेशन भी दसांगे जिहड़ा तुहानू रेडियन ते डिग्री चो, रेडियन तो तुसी डिग्री कन्वर्ट कर सकते हो, डिग्री तो तुसी रेडियन कन्वर्ट कर सकते हो, ठीक है जी। पहले तक दसो एंगल दी डेफिनेशन क्लियर होगी जी, की होता है? ओके, सारे जने रिस्पॉन्स करा करो, वेरी गुड जी, ठीक है जी। ओके, फिर ਇਹਦੇ ਵਿੱਚ ਕੀ ਹੈ, एक क्वेश्चन और बनता है, डिफाइन 1 रेडियन। कदों असी बोलांगे जो एंगल 1 रेडियन है? तो वेरी सिंपल, देखो आ सर्कल मार्कर मैं चेंज कर लेना, जिहदा रेडियस कितना है? जिहदा रेडियस है आर, आर इज अ रेडियस। ते तुसी एंटी क्लॉकवाइज ही मूव करने हो सर्कल दे विच, फॉर एग्जांपल इस पॉइंट ते तुसी गए। हाँ जी बच्चे, जसकरण सॉरी फॉर डिस्टर्बेंस सर, माय क्लास इज डिस्कनेक्टेड। कोई गल नहीं, मैं डेफिनेशन दोबारा रिपीट करदा, सुनो ध्यान नाल। आ भी की है रेडियस आर, जिहड़ा ए एंगल है, ए एंगल थीटा 1 रेडियन कदों होएगा? जे ओदी जिहड़ी आर्क है, मतलब ए टू बी जिहड़ी ओदी आर्क है, अगर यह आर्क इस रेडियस सर्कल दे रेडियस दे बराबर होगी,
then we said angle is 1 radian. Yes, बिल्कुल एक लड़का है हेमंत जैनो पिछले सर भी क्लॉकवाइज ਅਸੀਂ ਜਾ ਸਕਦੇ ਬਿਲकुल ਜਾ ਸਕਦੇ हैं ठीक है क्लॉकवाइज फिर एंगल्स नेगेटिव च लेके चलते हैं मतलब वो फिर नेगेटिव लगता है ठीक है क्वाड्रेंट सिस्टम जो मैं ਤੁਹਾਨੂੰ ਕਰਾਉਂਗਾ ਫਿਰ ਤੁਹਾਨੂੰ ਉਦੋਂ ਵੀ ਕਲੀਅਰ ਹੋ ਜਾਊਗਾ ठीक है एंटी क्लॉकवाइज जो ਤੁਸੀਂ ਦੇਖੋ ਨਾਰਮਲੀ ਡੀ ਯੂਜ਼ ਕਰਦੇ ਹੋ ਹਨਾ ਐਂਗਲ ਮੈਜ਼ਰ ਕਰਨ ਵਾਸਤੇ ਤਾਂ ਉਹਦੇ ਵਿੱਚ ਵੀ ਤੁਸੀਂ ਦੇਖੋ ਐਂਟੀ ਕਲੌਕਵਾਈਜ਼ ਹੀ ਚੱਲਦੇ ਹੋ ਅਸੀਂ ਬਾਈ ਕਨਵੈਨਸ਼ਨ ਮੰਨ ਕੇ ਚੱਲਦੇ ਵੀ ਐਂਟੀ ਕਲੌਕਵਾਈਜ਼ ਜਿਹੜੇ ਐਂਗਲ ਕੀ ਹੈ ਉਹ ਪੋਜ਼ਿਟਿਵ ਹੁੰਦੇ ਨੇ ਜਾ ਸਕਦੇ ਨੇ ਕੋਈ ਦਿੱਕਤ ਨਹੀਂ ਤਾਂ ਦੇਖੋ ਐਂਗਲ ਦੀ ਡੈਫੀਨੇਸ਼ਨ ਕੀ ਸੀ ਥੀਟਾ ਇਜ਼ ਇਕੁਅਲ ਟੂ L ਬਾਈ R ਹੁਣ ਦੇਖੋ ਜੇ R ਕਾਦੇ ਬਰਾਬਰ ਹੋ ਜੇ ਰੇਡੀਅਸ ਤੇ ਅਪਨ ਕੀ ਆ ਗਿਆ ਰੇਡੀਅਸ ਕੱਟ ਕੇ ਕਿੰਨਾ ਆ ਗਿਆ 1 ਰੇਡੀਅਨ तो जिस पूछा जाए कि डिफाइन 1 रेडियन तो 1 रेडियन की है an angle is set at angle at the center of a circle is said to be 1 radian if length of arc is equal to the radius of the circle ठीक है जी एक बच्चा कह रहा है डेफिनेशन दोबारा रिपीट कर दो मैं दोबारा देख लो डेफिनेशन की है एंगल दी कि it is defined as the ratio of the arc this is देखो from A to B ਜਿਹੜਾ ਤੁਹਾਨੂੰ ਪੋਰਸ਼ਨ ਦਿਖ ਰਿਹਾ this is called arc ਅਗਰ ਇਸ ਆਰਕ ਨੂੰ ਅਸੀਂ ਇਸ ਸਰਕਲ ਦੇ ਰੇਡੀਅਸ ਨਾਲ ਡਿਵਾਈਡ ਕਰ ਦਿੰਦੇ ਆ ਤਾਂ ਸਾਡੇ ਕੋਲ ਜਿਹੜੀ ਟਰਮ ਬਣਦੀ ਹੈ that is known as angle theta ਠੀਕ ਹੈ ਜੀ ਤਾਂ 1 ਰੇਡੀਅਨ ਵੀ ਕਲੀਅਰ ਹੋ ਗਿਆ ਜੀ ਚਲੋ ਹੁਣ ਅਸੀਂ ਰਿਲੇਸ਼ਨ ਡਰਾਈਵ ਕਰਦੇ ਆ ਰਿਲੇਸ਼ਨ ਬਿਟਵੀਨ ਰੇਡੀਅਨ ਐਂਡ ਡਿਗਰੀ देखो सिलेबस नाल इहनूं कंपेयर नहीं करना मैं फिर तुहानूं दोबारा दस देना ठीक है टाइम अपने कोल 6 मिनट ही रह गए ये तुहाडी नॉलेज वास्ते करा रहा तुहानूं तुहाडा जिहड़े कंसैप्ट ने वो अच्छे तरीके नाल बिल्ड हो जाण इसे वास्ते करा रहा हाँ जी बिल्कुल व्हेन L is equal to R then it is called 1 radian बिल्कुल हुण देखो असीं एक रिलेशन ड्राइव करना रेडियन ते डिग्री दे विच देखो बच्चे जे असीं एक पूरा सर्कल कंप्लीट करिए चलो आप लिखना वो थीटा की सीगा थीटा सीगा आर्क अपॉन रेडियस आर्क अपॉन रेडियस जे मैं सुनो कहा फॉर 1 कंप्लीट रेवोल्यूशन ऑफ सर्कल तब पेरीमीटर कितना कवर होएगा जे तुसी मैं तो अलग मार्कर में दिखावा ए पॉइंट तो चलते हो ए पॉइंट तो चलते चलते सर्कल ਨੂੰ ਕੰਪਲੀਟ ਕਰਦੇ ਹੋ ए पॉइंट ਤੇ ਆਉਣੇ ਹੋ ਰੇਡੀਅਸ ਆ ਰਿਹਾ ਹੈ आई थिंक सब ਨੂੰ ਪਤਾ ਹੋਊਗਾ ਤਾਂ ਜਿਹੜੀ ਆਰਕ ਹੈ ਦੈਟ ਮੀਨਸ ਉਹਦਾ ਪੈਰੀਮੀਟਰ ਕਿੰਨਾ ਬਣੂਗਾ 2 ਪਾਈ r ਐਂਡ ਰੇਡੀਅਸ ਕਿੰਨਾ ਹੈ ਦੈਟ ਇਜ਼ r ਵੈਰੀ ਗੁੱਡ ਤਾਂ r ਨਾਲ r ਕੀ ਹੋ ਗਿਆ ਕੈਨਸਲ ਤਾਂ ਥੀਟਾ ਕਿੰਨਾ ਆ ਗਿਆ 2 ਪਾਈ ਇਹ 2 ਪਾਈ ਆ ਰਿਹਾ ਕਾਦੇ ਵਿੱਚ ਇਨ ਰੇਡੀਅਨ ਤੇ ਬੱਚੇ ਤੁਹਾਨੂੰ ਸਭ ਨੂੰ ਇਹ ਗੱਲ ਇੱਕ ਪਤਾ ਹੈ ਡਿਗਰੀ ਚ ਤੁਸੀਂ ਪੜਿਆ ਹੈ ਕਿ ਇੱਕ ਪੂਰਾ ਸਰਕਲ ਕੰਪਲੀਟ ਕਰਨ ਦੇ ਲਈ ਜੋ ਸੈਂਟਰ ਤੇ ਜੋ ਐਂਗਲ ਹੈ ਉਹ ਕਿੰਨਾ ਕਵਰ ਹੁੰਦਾ ਹੈ that is 360 degree also for one complete revolution ਜਿਹੜਾ ਐਂਗਲ ਕਵਰ ਹੁੰਦਾ ਉਹ ਹੁੰਦਾ 360 degree ਐਂ ਹੁੰਦਾ ਆ ਦੇਖੋ ਇਹ ਵੀ ਇੱਕ ਕੰਪਲੀਟ ਰੈਵੋਲੂਸ਼ਨ ਸੀ 2 ਪਾਈ ਆ ਗਿਆ ਠੀਕ ਹੈ ਤੇ ਜਿਹੜਾ ਹੁਣ ਅਸੀਂ ਕੀਤਾ ਇਹ ਡਿਗਰੀ ਚ ਆ ਗਿਆ ਦੈਟ ਮੀਨਸ ਮੈਂ ਕਹਿ ਸਕਦਾ 2 ਪਾਈ ਰੇਡੀਅਨ ਬੱਚੇ ਜੇ ਅਗਰ ਕਿਸੇ ਨੂੰ ਆਵਾਜ਼ ਦੀ ਪ੍ਰੋਬਲਮ ਆ ਰਹੀ ਹੈ ਨਾ ਡੋਂਟ ਵਰੀ ਤੁਹਾਨੂੰ ਇਹ ਵੀਡੀਓ ਮਿਲ ਜੂਗੀ ਲਿੰਕ ਮੈਂ ਸ਼ੇਅਰ ਕਰ ਦੂੰਗਾ ਪਰ ਟਾਈਮ ਆਪਣੇ ਕੋਲ 4 ਮਿੰਟ ਰਹਿ ਗਏ ਥੋੜਾ ਜਿਹਾ ਤਾਂ ਫਾਸਟ ਕਰਾ ਰਿਹਾ ਇਸ ਇਕੁਅਲ ਟੂ 360 ਡਿਗਰੀ ਦੇਖੋ ਅਸੀਂ ਅੱਜ ਕੀ ਪੜ ਲਿਆ ਇੱਕ ਪੂਰਾ ਸਰਕਲ ਪੂਰਾ ਕਰਨ ਲਈ ਜਿਹੜਾ ਐਂਗਲ ਕਵਰ ਹੁੰਦਾ ਹੈ ਡਿਗਰੀ ਚ ਹੁੰਦਾ 360 ਤੁਹਾਨੂੰ ਸਭ ਨੂੰ ਪਤਾ ਸੀ ਅੱਜ ਨਵੀਂ ਚੀਜ਼ ਕੀ ਪੜੀ ਕਿ ਇੱਕ ਸਰਕਲ ਨੂੰ ਕੰਪਲੀਟ ਕਰਨ ਦੇ ਵਿੱਚ ਜਿਹੜਾ ਰੇਡੀਅਨ ਚ ਐਂਗਲ ਕਵਰ ਹੁੰਦਾ ਦੈਟ ਇਜ਼ ਕਾਲਡ 2 ਪਾਈ ਰੇਡੀਅਨ ਇਹਦਾ ਮਤਲਬ 1 ਰੇਡੀਅਨ ਅਗਰ ਮੈਂ ਇੱਥੋਂ ਫਾਈਂਡ ਕਰਨਾ 1 ਰੇਡੀਅਨ ਤਾਂ ਇਹ ਆਊਗਾ ਬੱਚੇ 360 ਬਾਈ 2 ਪਾਈ ਡਿਗਰੀ ਉਧਰ ਮੈਂ ਡਿਵਾਈਡ ਕਰਤਾ ਆ ਦੇਖੋ 2 ਨਾਲ ਜੇ ਇਹਨੂੰ ਅਸੀਂ ਡਿਵਾਈਡ ਕਰਦੇ 180 ਤਾਂ 1 ਰੇਡੀਅਨ is equal to 180 by degree. This is very important result. ਤੁਸੀਂ 180 ਤੇ ਪਾਈ ਨੂੰ ਕੀ ਹੈ 180 ਤੇ ਪਾਈ ਨੂੰ ਡਿਵਾਈਡ ਕਰਕੇ ਦੇਖਿਓ ਪਾਈ ਦੀ ਵੈਲਿਊ ਪੁੱਟ ਕਰਿਓ 22/7 ਇਹਨੂੰ ਸੋਲਵ ਕਰਿਓ ਇਹ 57 ਪੁਆਇੰਟ ਕੁਝ ਡਿਗਰੀ ਬਣੂਗਾ
मतलब एक रेडियन दे विच एक रेडियन दे विच अप्रोक्सीमेट 57.3 सॉरी डिग्री 57.3 डिग्री हुंदे ने। ਇਹ ਫਾਰਮੂਲੇ ਦੇ ਨਾਲ ਤੁਸੀਂ ਰੇਡੀਅਨ ਟੂ ਡਿਗਰੀ ਕਨਵਰਟ ਕਰ ਸਕਦੇ ਹੋ ਤੇ ਡਿਗਰੀ ਟੂ ਰੇਡੀਅਨ ਕਨਵਰਟ ਸਕਦੇ ਹੋ। ਹਾਂ ਬਿਲਕੁਲ ਇੱਕ ਮੇਰੇ ਕੋਲ ਆਨਸਰ ਆਇਆ 57.2। ਹਾਂ ਪੁਆਇੰਟ ਤੋਂ ਬਾਅਦ 2 ਲਿਖ ਲਓ 3 ਲਿਖ ਲਓ, ਇਹਦੇ ਨਾਲ ਕੋਈ ਜ਼ਿਆਦਾ ਫਰਕ ਨਹੀਂ ਪਏਗਾ। ਦੇਖੋ ਬੱਚੇ ਕਲੀਅਰ ਹੈ ਸਭ ਨੂੰ? ਆਪਣੇ ਕੋਲੇ 2 ਮਿੰਟ ਦਾ ਟਾਈਮ ਹੈਗਾ। ਅਗਰ ਕਲੀਅਰ ਹੈ ਤਾਂ ਯੈਸ ਦਾ ਮੈਸੇਜ ਜ਼ਰੂਰ ਲਿਖੋ। ਅਗਰ ਕਿਸੇ ਨੂੰ ਕਲੀਅਰ ਨਹੀਂ ਹੈਗਾ ਤਾਂ ਉਹ ਨੋ ਵੀ ਲਿਖ ਸਕਦਾ। ਦੇਖੋ ਜੇ ਤੁਸੀਂ ਦੱਸੋਗੇ ਫਿਰ ਹੀ ਪਤਾ ਲੱਗੂਗਾ, ਤਾਂ ਨੈਕਸਟ ਕਲਾਸ ਦੇ ਵਿੱਚ ਮੈਂ ਫਿਰ ਇਹਨੂੰ ਰਿਪੀਟ ਕਰਵਾ ਸਕਦਾ। बाकी तो मैं इधर लिंक तो शेयर करूंगा। वेरी गुड बहुत अच्छे। बस इन्ना कि तुसी रिप्लाई करते रहो, ਇਹਦੇ ਨਾਲ ਮੈਨੂੰ ਬਹੁਤ मोटिवेशन मिलती है। हाँ जी हेमंत जन कह रहा है रिपीट, कोई गल नहीं बच्चे रिपीट फिर मैं ਤੁਹਾਨੂੰ मैं वीडियो शेयर कर दूंगा, ਤੁਸੀਂ ਉੱਥੇ ਦੇਖ ਲਿਓ। फिर भी ना पता लगे ਆਪਾਂ नेक्स्ट क्लास ਦੇ ਵਿੱਚ ਕੀ रिपीट करना। वेरी गुड। आ देखो फटाफट मैं ਤੁਹਾਨੂੰ ਇੱਕ एग्जांपल लेके दिखाना है। आ देखो जिवें मान लो अपने कोले 90 डिग्री है, मैं तुहानू कहा इनू कन्वर्ट करो इन रेडियन, भी रेडियन की लिखोगे। आ देखो असी की पढ़ के आए, असी पढ़िया कि 1 रेडियन कितना होता है 180 बाई पाई डिग्री होता है। यही पढ़िया आप पढ़िया 1 रेडियन इज इक्वल टू 180 बाई पाई डिग्री। हाँ वेरी गुड, जपनीत आंसर बिल्कुल सही है, वेरी गुड। ਤਾਂ ਅਸੀਂ ਇੱਥੇ ਡਿਗਰੀ ਨੂੰ ਰੇਡੀਅਨ ਚ ਕਨਵਰਟ ਕਰਨਾ ਹੈ। ਇਹਦਾ ਮਤਲਬ ਬੱਚੇ ਇੱਥੋਂ ਜਿਹੜਾ 1 ਡਿਗਰੀ ਹੈ, ਜੇ ਮੈਂ ਇਹਨੂੰ ਕ੍ਰਾਸ ਮਲਟੀਪਲਾਈ ਕਰਾਂ ਤਾਂ ਇਹ ਕਿੰਨਾ ਆ ਜਾਊਗਾ, ਦੈਟ ਇਜ਼ ਪਾਈ ਬਾਈ 180। ਦੇਖੋ ਮੈਂ ਸਾਰਿਆਂ ਨੂੰ ਕਰਵਾ ਰਿਹਾ ਤਾਂ ਹੀ ਮੈਂ ਥੋੜਾ ਸਲੋ ਚੱਲ ਰਿਹਾ। ਦਿਸ वन ਇਹਦਾ ਮਤਲਬ 90 ਹੈ ਨਾ ਇਨਟੂ ਡਿਗਰੀ ਹੈ, ਤੇ ਡਿਗਰੀ ਦੀ ਵੈਲਿਊ ਕਿੰਨੀ ਹੈ ਦਿਸ वन, ਇੱਥੇ ਪੁੱਟ ਕਰ ਦੋ, ਦੈਟ ਇਜ਼ ਪਾਈ ਬਾਈ 180। ਨਾਲ ਦੇਖੋ ਕੀ ਆ ਗਿਆ ਰੇਡੀਅਨ, 0 ਨਾਲ 0 ਕੱਟ ਗਈ, 9 2 18, that is pi by 2 रेडियन। ਇਹਦਾ ਮਤਲਬ 90 जो डिग्री है ਉਹਨੂੰ ਅਸੀਂ ਕੀ ਲਿਖ ਸਕਦੇ ਹਾਂ pi by 2 रेडियन। ठीक है जी, as it is ਹੁਣ ਤੁਸੀਂ ਕੀ ਹੈ ਮੈਨੂੰ ਇੱਕ ਤਾਂ 30 डिग्री ਨੂੰ ਅਸੀਂ रेडियन ਚ ਕੀ ਲਿਖਾਂਗੇ, ਇੱਕ ਤਾਂ ਤੁਸੀਂ ਮੈਨੂੰ ਇਹ ਸੈਂਡ ਕਰਨਾ ਹੈ, ਠੀਕ ਹੈ ਮੇਰੇ ਪਰਸਨਲ ਨੰਬਰ ਤੇ ਮੈਨੂੰ ਸੈਂਡ ਕਰ ਦਿਓ, ਤੇ 60 डिग्री ਨੂੰ रेडियन च कितना लिखांगे, एक ए सेंड करना है, ठीक है जी। एक असी 180 डिग्री नू रेडियन च की लिखांगे, तुसी एक मैनू ए सेंड करना, ठीक है जी। बाकी अपनी फीडबैक प्लीज मैनू दिंदे रहो, अगर तुहानू किसी भी तरह की प्रॉब्लम आवे तुसी मैनू वो भी दसना है, ठीक है, आपां ओहदा हल कर लेंगे। थैंक यू, टेक केयर, हैव अ नाइस डे।